सत श्री अकाल। न्यूज़ 18 पंजाब हरियाणा हिमाचल देख रहे दर्शकों का स्वागत। मैं हाँ अर्शदीप संधू ते बुलेटिन च सब तो पहला शुरुआत किसान अंदोलन दे नाल जुड़े उस चेहरे दे नाल जिस दे सियासत च जाण दियां खूब चर्चावां चल रही ने। असीं गल कर रहे हां सोनिया मान दी। हालांकि सोनिया मान ने इन्हां खबरां नूं सिरे तो खारिज कीता है ते नाल ही 32 किसान जथेबंदियां ते सवाल भी खड़े कर दिते ने। सोनिया मान वालों सियासत च उतरन दीआं खबरां नूं खारिज कीता गया है। क्या है कि किसी भी पार्टी दे नाल, किसी भी राजनीतिक पार्टी दे नाल मेरा कोई संबंध नहीं। विरोध करन वालियां ते भी सोनिया मान वरदे नजर आए ने। क्या कि महिला होण करके मैनू निशाना बनाया जा रहा है। विरोध करन वाले अपने गिरेबान च झाकण। उन्होंने यह भी सवाल किया कि 32 जथेबंदियां दे अहुदेदार सियासी दलां नाल संबंधित नहीं। तां जिथे सोनिया मान की चर्चा चल रही थी कि वह अकाली दल दे विच शामिल हो रहे ने, उत्थे नाल ही विरोध भी शुरू हो गया सी। किसान जथेबंदियां दे वल्लों, किसानां दे वल्लों विरोध शुरू हो गया सी, जिस ते सोनिया मान ने हुण इन्हां खबरां नूं खारिज कीता है ते नाल ही सवाल चुके ने विरोध करन वालियां ते। यह भी सवाल कीता है कि 32 किसान जथेबंदियां दे आगू या फिर जिहड़े लोग धरने ते बैठे ने की वो किसी राजनीतिक पार्टी दे नाल संबंध नहीं रखते। बूटा सिंह शादीपुर किसान आगू साडे नाल जुड़े ने। शादीपुर जी, स्वागत है न्यूज़ 18 पंजाब ते। सोनिया मान की चर्चा चल रही सी कि वो अकाली दल दे विच शामिल हो रहे ने। असी बूटा सिंह जी, मैं तुहाडे वल आवांगे। एक बार सोनिया मान की कुछ कह रहे ने वो सुना दिंदे आ। मैं अज दी तारीख विच किसी भी राजनीतिक संस्था जां जथेबंदी नाल नहीं जुड़ी। मेरे जवाब दी उड़ीक तो पहला ही मेरे पुतले साड़न, मैनू काले झंडे विखाउण, बेइज्जत करन वर्गियां गल्लां ने मैनू महसूस कराया है कि मैं एक धारणा दी सोच लई अपने कैरियर नूं दाਅ ते लगाया। मेरे सत्कारयोग वीर ਅਤੇ ਜਥੇਬੰਦੀਆਂ ਕਿਰਪਾ ਕਰਕੇ ਮੈਨੂੰ ਇਹ ਗੱਲ ਦੱਸਣ ਦੀ ਖੇਚਲ ਕਰਨਗੇ ਕਿ ਉਹਨਾਂ ਦੀ ਲੜਾਈ ਕੇਂਦਰ ਨਾਲ ਹੈ ਜਾਂ ਮੇਰੇ ਵਰਗੀ ਬੇਸਹਾਰਾ ਨਾਲ ਜਿਸ ਦੇ ਸਿਰ ਉੱਤੋਂ ਪਿਓ ਦਾ ਸਾਇਆ ਹੀ ਨਹੀਂ। ਮੇਰੇ ਤੇ ਉਂਗਲ ਚੁੱਕਣ ਵਾਲੇ ਆਪਣੇ ਗਿਰੇਬਾਨ ਵਿੱਚ ਝਾਂਕਣ ਮੈਨੂੰ ਇੱਕ ਗੱਲ ਸਮਝਾਉਣ ਦੀ ਕੋਸ਼ਿਸ਼ ਕਰਨਗੇ ਕਿ ਮੇਰਾ ਵਿਰੋਧ ਜਾਂ ਮੇਰੇ ਖਿਲਾਫ ਬੋਲਣ ਨਾਲ ਇਹ 3 ਬਿੱਲ ਰੱਦ ਹੋ ਜਾਣਗੇ। 1 ਸਾਲ ਤੋਂ 3 ਬਿੱਲਾਂ ਨੂੰ ਲੈ ਕੇ ਸ਼ੁਰੂ ਹੋਈ ਲੜਾਈ ਭਰਾ ਮਾਰੂ ਜੰਗ ਤੱਕ ਜਾ ਪਹੁੰਚੀ ਹੈ। ਮੇਰੇ ਵਿਰੋਧ ਦੀ ਕਾਲ ਦੇਣ ਵਾਲੇ ਇਹ ਵੀ ਦੱਸਣ ਕਿ 32 ਜਥੇਬੰਦੀਆਂ ਦੇ ਮੈਂਬਰ, ਅਹੁਦੇਦਾਰ ਅਤੇ ਮੋਰਚੇ ਤੇ ਬੈਠੇ ਲੋਕ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸੰਬੰਧਿਤ ਨਹੀਂ ਹਨ। ਜੇਕਰ ਹਨ ਤਾਂ ਕੀ ਮੈਨੂੰ ਸਿਰਫ ਇੱਕ ਔਰਤ ਹੋਣ ਦੇ ਕਾਰਨ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਤਾਂ ਸੋਨੀਆ ਮਾਨ ਦੇ ਵੱਲੋਂ ਇਹਨਾਂ ਖਬਰਾਂ ਦਾ ਖੰਡਨ ਕੀਤਾ ਗਿਆ ਹੈ। ਕਿਹਾ ਹੈ ਕਿ ਮੇਰਾ ਕਿਸੇ ਸਿਆਸੀ ਦਲ ਨਾਲ ਕੋਈ ਸਬੰਧ ਨਹੀਂ, ਮੈਂ ਕਿਸੇ ਸਿਆਸੀ ਦਲ ਦੇ ਨਾਲ ਨਹੀਂ ਜੁੜੀ। ਸੋਨੀਆ ਮਾਨ ਨੇ ਸਿਆਸਤ ਚ ਉਤਰਨ ਦੀਆਂ ਖਬਰਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ ਤੇ ਨਾਲ ਹੀ ਸਵਾਲ ਵੀ ਕੀਤੇ ਨੇ ਵਿਰੋਧ ਕਰਨ ਵਾਲਿਆਂ ਤੇ, ਕਿਉਂਕਿ ਕਿਸਾਨਾਂ ਦੇ ਵੱਲੋਂ ਸੋਨੀਆ ਮਾਨ ਦੀਆਂ ਇਹ ਖਬਰਾਂ, ਇਹ ਚਰਚਾਵਾਂ ਸ਼ੁਰੂ ਹੋਣ ਤੋਂ ਬਾਅਦ ਹੀ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਸੀ, ਜਿਸ ਨੂੰ ਲੈ ਕੇ ਸੋਨੀਆ ਮਾਨ ਨੇ ਜਵਾਬ ਦਿੱਤਾ ਹੈ ਤੇ ਨਾਲ ਹੀ ਸਵਾਲ ਵੀ ਕੀਤਾ ਹੈ ਕਿ ਕੀ 32 ਜਥੇਬੰਦੀਆਂ ਦੇ ਅਹੁਦੇਦਾਰ ਜਾਂ ਫਿਰ ਧਰਨੇ 'ਚ ਬੈਠੇ ਕਿਸਾਨ ਕੀ ਕਿਸੇ ਰਾਜਨੀਤਿਕ ਦਲ ਦੇ ਨਾਲ ਸੰਬੰਧਿਤ ਨਹੀਂ। ਜੇ ਸੰਬੰਧਿਤ ਨੇ ਤਾਂ ਕੀ ਮੈਨੂੰ ਸਿਰਫ ਔਰਤ ਹੋਣ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੋਨੀਆ ਮਾਨ ਨੇ ਆਪਣੀ ਫੇਸਬੁੱਕ ਦੇ ਉੱਤੇ ਲਿਖਿਆ ਹੈ। ਫੇਸਬੁੱਕ ਤੇ ਇਹ ਜਾਣਕਾਰੀ ਉਹਨਾਂ ਨੇ ਦਿੱਤੀ ਹੈ ਕਿ ਉਹ ਕਿਸੇ ਸਿਆਸੀ ਦਲ ਦੇ ਨਾਲ ਸੰਬੰਧਿਤ ਨਹੀਂ, ਕਿਸੇ ਸਿਆਸੀ ਦਲ ਦੇ ਨਾਲ ਨਹੀਂ ਜੁੜੇ ਤੇ ਨਾਲ ਹੀ ਸਵਾਲ ਰੱਖੇ ਨੇ ਵਿਰੋਧ ਕਰਨ ਵਾਲਿਆਂ ਦੇ ਸਨਮੁਖ। ਬੂਟਾ ਸਿੰਘ ਸ਼ਾਦੀਪੁਰ ਸਾਡੇ ਨਾਲ ਜੁੜੇ ਹੋਏ ਨੇ, ਕਿਸਾਨ ਆਗੂ। ਤਾਂ ਬੂਟਾ ਸਿੰਘ ਸ਼ਾਦੀਪੁਰ ਨਾਲ ਸੰਪਰਕ ਟੁੱਟ ਗਿਆ ਹੈ, ਦੁਬਾਰਾ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ। ਫਿਲਹਾਲ ਸੋਨੀਆ ਮਾਨ ਨੇ ਇਹਨਾਂ ਖਬਰਾਂ ਨੂੰ ਖਾਰਿਜ ਕੀਤਾ ਹੈ। ਲਗਾਤਾਰ ਜੋ ਵਿਰੋਧ ਉਹਨਾਂ ਦਾ ਹੋ ਰਿਹਾ ਸੀ ਜਦ ਤੋਂ ਇਹ ਚਰਚਾ ਸ਼ੁਰੂ ਹੋਈ ਹੈ, ਤਕਰੀਬਨ 2 ਦਿਨ ਤੋਂ ਇਹ ਚਰਚਾ ਚੱਲ ਰਹੀ ਸੀ ਕਿ ਸੋਨੀਆ ਮਾਨ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਰਹੇ ਨੇ, ਸੋਨੀਆ ਮਾਨ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਣ ਵਾਲੇ ਨੇ। ਇਹ ਚਰਚਾਵਾਂ ਚੱਲ ਰਹੀਆਂ ਸੀ ਜਿਸ ਵਿਚਾਲੇ ਕਿਸਾਨਾਂ ਦੇ ਵੱਲੋਂ ਸੋਨੀਆ ਮਾਨ ਤੇ ਨਿਸ਼ਾਨੇ ਸਾਧੇ ਜਾਣ ਲੱਗੇ ਸੀ। ਕਿਸਾਨ ਸੋਨੀਆ ਮਾਨ ਦਾ ਵਿਰੋਧ ਕਰ ਰਹੇ ਸੀ, ਵਿਰੋਧ ਜਤਾਇਆ ਗਿਆ ਸੀ, ਜਿਸ ਤੇ ਸੋਨੀਆ ਮਾਨ ਨੇ ਹੁਣ ਜਵਾਬ ਦਿੱਤਾ ਹੈ। ਸੋਨੀਆ ਮਾਨ ਨੇ ਆਪਣੇ ਫੇਸਬੁੱਕ ਦੇ ਉੱਤੇ ਇਸ ਦਾ ਜਵਾਬ ਦਿੱਤਾ ਹੈ। ਕਿਹਾ ਹੈ ਕਿ ਮੈਂ ਕਿਸੇ ਸਿਆਸੀ ਦਲ ਦੇ ਨਾਲ ਸੰਬੰਧਿਤ ਨਹੀਂ, ਕਿਸੇ ਰਾਜਨੀਤਿਕ ਦਲ ਦੇ ਨਾਲ ਮੈਂ ਨਹੀਂ ਜੁੜੀ। ਉਹਨਾਂ ਨੇ ਸਵਾਲ ਕੀਤੇ ਨੇ ਵਿਰੋਧ ਕਰਨ ਵਾਲਿਆਂ ਤੇ। ਉਹਨਾਂ ਨੇ ਕਿਹਾ ਹੈ ਕਿ ਕਿਸਾਨ ਅੰਦੋਲਨ ਦੇ ਲਈ ਉਹਨਾਂ ਨੇ ਆਪਣਾ ਕਰੀਅਰ ਦਾਅ ਤੇ ਲਾਇਆ ਤੇ ਜਵਾਬ ਮੰਗਿਆ ਹੈ ਕਿਸਾਨ ਜਥੇਬੰਦੀਆਂ ਤੋਂ, ਵਿਰੋਧ ਕਰਨ ਵਾਲਿਆਂ ਤੋਂ ਕਿ ਉਹਨਾਂ ਦੀ ਲੜਾਈ ਕੇਂਦਰ ਨਾਲ ਹੈ ਜਾਂ ਮੇਰੇ ਵਰਗੀ ਲੜਕੀ ਦੇ ਨਾਲ। ਉਹਨਾਂ ਨੇ ਕਿਹਾ ਹੈ ਕਿ ਆਪਣੇ ਗਿਰੇਬਾਨ ਦੇ ਵਿੱਚ ਝਾਕੋ, ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਮੇਰੇ ਵਿਰੋਧ ਦੇ ਨਾਲ ਕੀ ਇਹ 3 ਬਿੱਲ ਰੱਦ ਹੋ ਜਾਣਗੇ। ਇਹ ਸਵਾਲ ਰੱਖਿਆ ਹੈ ਸੋਨੀਆ ਮਾਨ ਨੇ। ਨਾਲ ਇਹ ਵੀ ਕਿਹਾ ਹੈ ਕਿ ਕੀ 32 ਜਥੇਬੰਦੀਆਂ ਦੇ ਅਹੁਦੇਦਾਰ ਜਾਂ ਜਿਹੜੇ ਕਿਸਾਨ ਧਰਨੇ ਦੇ ਉੱਤੇ ਬੈਠੇ ਨੇ ਕੀ
ਉਹ ਕਿਸੇ ਸਿਆਸੀ ਦਲ ਦੇ ਨਾਲ ਸੰਬੰਧ ਨਹੀਂ। ਤਾਂ ਬੂਟਾ ਸਿੰਘ ਸ਼ਾਦੀਪੁਰ ਸਾਡੇ ਨਾਲ ਦੁਬਾਰਾ ਜੁੜ ਗਏ ਨੇ। ਸ਼ਾਦੀਪੁਰ ਜੀ, ਸੋਨੀਆ ਮਾਨ ਦੀ ਚਰਚਾ ਸੀ ਕਿ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਰਹੇ ਨੇ, ਉਹਨਾਂ ਨੇ ਸਿਰੇ ਤੋਂ ਖਾਰਜ ਕਰ ਦਿੱਤਾ ਇਹਨਾਂ ਖਬਰਾਂ ਦਾ, ਲੇਕਿਨ ਪਿਛਲੇ ਤਕਰੀਬਨ 2 ਦਿਨਾਂ ਤੋਂ ਕਿਸਾਨਾਂ ਦੇ ਵੱਲੋਂ, ਕਿਸਾਨ ਆਗੂਆਂ ਦੇ ਵੱਲੋਂ ਵੀ ਵਿਰੋਧ ਜਤਾਇਆ ਗਿਆ ਸੀ। ਸੋਨੀਆ ਮਾਨ ਨੇ ਸਵਾਲ ਚੁੱਕੇ ਨੇ ਕਿ ਕੀ ਔਰਤ ਹੋਣ ਕਰਕੇ ਉਹਨਾਂ ਤੇ ਇਸ ਤਰੀਕੇ ਦੀ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ ਜਾਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਕੀ ਵਿਰੋਧ ਕਰਨ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਜਾਂ ਕਿਸਾਨਾਂ ਨੇ ਸੋਨੀਆ ਮਾਨ ਦਾ ਵਰਜਨ ਜਾਣਨ ਦੀ ਕੋਸ਼ਿਸ਼ ਕੀਤੀ? ਨਹੀਂ, ਵੇਖੋ ਗੱਲ ਇਹ ਆ, ਅਸੀਂ ਤਾਂ ਚੈਨਲਾਂ ਦੇ ਰਾਹੀਂ ਜਿਹੜੀ ਜਾਂ ਸੋਸ਼ਲ ਮੀਡੀਆ ਤੇ ਖਬਰਾਂ ਆ ਰਹੀਆਂ ਸੀ ਜੀ, ਉਹਦੇ ਆਧਾਰ ਦੇ ਉੱਤੇ ਜੋ ਕੁਝ ਸੰਯੁਕਤ ਮੋਰਚੇ ਵੱਲੋਂ ਗੱਲ ਆਈ ਏ, ਕਿਉਂਕਿ ਇਹ ਮੈਂ ਵੇਖਿਆ ਕਈ ਜਗ੍ਹਾ ਤੇ ਤੁਹਾਡੇ ਚੈਨਲਾਂ ਵੱਲੋਂ ਇਹ ਆ ਰਹੀ ਸੀ ਖਬਰ ਬਈ ਸੋਨੀਆ ਮਾਨ ਕੱਲ ਦਾ ਦਿਨ ਜਿਹੜਾ ਨਿਕਲ ਗਿਆ ਕਿ ਕੱਲ ਮੋਹਾਲੀ ਦੇ ਵਿੱਚ ਉਹ ਅਕਾਲੀ ਦਲ ਨੂੰ ਜੁਆਇਨ ਕਰ ਰਹੇ ਨੇ ਤੇ ਮੋਹਾਲੀ ਤੋਂ ਹੀ ਉਹ ਇਲੈਕਸ਼ਨ ਲੜ ਰਹੇ ਨੇ ਜੀ। ਤੇ ਇਹ ਵਿਰੋਧ ਕਰਨਾ ਜਦੋਂ ਇਹੋ ਜਿਹੀਆਂ ਖਬਰਾਂ ਆਉਣੀਆਂ ਕੁਦਰਤੀ ਤੌਰ ਤੇ ਬਣਦਾ, ਕਿਉਂਕਿ ਸੰਯੁਕਤ ਮੋਰਚਾ ਜਿਹੜਾ ਇਹ ਕੋਈ ਰਾਜਸੀ ਨਹੀਂ ਹੈਗਾ ਤੇ ਨਾ ਇਹਦਾ ਕਿਸੇ ਨੂੰ ਲਾਭ ਲੈਣ ਦਾ ਅਧਿਕਾਰ ਆ ਕਿ ਜੇ ਕੋਈ ਸੋਚੇ ਵੀ ਅਸੀਂ ਅੰਦੋਲਨ ਦੇ ਵਿੱਚ ਜਾ ਕੇ ਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਹਾਈਲਾਈਟ ਕਰਕੇ ਇਲੈਕਸ਼ਨ ਲੜ ਕੇ ਜਿੱਤ ਕੇ ਚਲੇ ਜਾਈਏ। ਨਹੀਂ, ਜਿੰਨਾ ਚਿਰ ਮੋਰਚਾ ਨਹੀਂ ਜਿੱਤਦਾ ਉਹਨਾਂ ਚਿਰ ਮੇਰੇ ਖਿਆਲ ਦੇ ਮੁਤਾਬਕ ਜਿਹੜੇ ਇਹਦੇ ਨਾਲ ਜੁੜੇ ਲੋਕ ਨੇ ਉਹਨਾਂ ਨੂੰ ਬਿਲਕੁਲ ਵੀ ਰਾਜਸੀ ਲੋਕਾਂ ਦੇ ਨਾਲ ਜਾ ਕੇ ਰੈਲੀਆਂ ਜਾਂ ਉਹਨਾਂ ਸ਼ਾਮਲ ਹੋਣ ਦਾ ਜਾਂ ਟਿਕਟਾਂ ਦੀਆਂ ਗੱਲਾਂ ਬਾਤਾਂ ਕਰਨ ਦਾ ਕੋਈ ਮੇਰੇ ਖਿਆਲ ਮੁਤਾਬਕ ਅਧਿਕਾਰ ਨਹੀਂ। ਜੇ ਕੋਈ ਕਰੂਗਾ ਆਪਣੇ ਤੌਰ ਦੇ ਉੱਤੇ ਤੇ ਮੇਰੇ ਖਿਆਲ ਮੁਤਾਬਕ ਹਸ਼ਰ ਉਹਦਾ ਮਾੜਾ ਹੋਵੇਗਾ। ਲੇਕਿਨ ਬੂਟਾ ਸਿੰਘ ਜੀ, ਜਿਹੜੀ ਗੱਲ ਜੀ, ਆਪਾਂ ਕੱਲੀ ਸੋਨੀਆ ਮਾਨ ਦੀ ਗੱਲ ਨਹੀਂ ਕਰਦੇ, ਆਪਾਂ ਇਹ ਸੋਚਦੇ ਜਿਹੜਾ ਵੀ ਮੋਰਚੇ ਤੋਂ ਨਿਕਲ ਕੇ ਯਤਨ ਕਰੇਗਾ ਰਾਜਸੀ ਲਾਹਾ ਲੈਣ ਦਾ, ਉਹਦਾ ਹਸ਼ਰ ਮਾੜਾ ਹੋਊਗਾ। ਲੇਕਿਨ ਬੂਟਾ ਸਿੰਘ ਜੀ, ਇੱਕ ਤਾਂ ਗੱਲ ਇੱਥੇ ਆਉਂਦੀ ਹੈ ਕਿ ਸੋਨੀਆ ਮਾਨ ਕਿਸੇ ਜਥੇਬੰਦੀ ਦੇ ਐਸ ਸੱਚ ਆਗੂ ਨਹੀਂ ਨੇ, ਉਹ ਅਹੁਦੇਦਾਰ ਨਹੀਂ ਨੇ। ਉਹਨਾਂ ਨੇ ਇਹ ਵੀ ਸਵਾਲ ਕੀਤਾ ਹੈ ਕਿ ਕੀ 32 ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਦੇ ਅਹੁਦੇਦਾਰ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਨਹੀਂ ਜੁੜੇ। ਤੁਹਾਨੂੰ ਵੀ ਪਤਾ ਹੈ ਜ਼ਿਆਦਾਤਰ ਜਿਹੜੇ ਨੇ ਉਹ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੇ ਨਾਲ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਜੁੜੇ ਹੋਏ ਨੇ। ਤਾਂ ਸੋਨੀਆ ਮਾਨ ਜਿਹੜੇ ਅਹੁਦੇਦਾਰ ਵੀ ਨਹੀਂ ਨੇ, ਕੀ ਉਹਨਾਂ ਦਾ ਵਿਰੋਧ ਇਸ ਕਰਕੇ ਕਰਨਾ ਜਾਇਜ਼ ਹੈ? ਨਹੀਂ, ਐਸੀ ਗੱਲ ਨਹੀਂ ਹੈ। ਗੱਲ ਠੀਕ ਹੈ ਤੁਹਾਡੀ, ਮੋਰਚਾ ਹੁਣ ਚੱਲਿਆ ਜੀ, ਠੀਕ ਹੈ ਜੀ। ਪਿਛਲੇ ਸਾਲ ਸ਼ੁਰੂ ਹੋਇਆ, ਉਹਨਾਂ ਨੂੰ ਸਾਲ ਹੋਣ ਵਾਲਾ। ਇਸ ਤੋਂ ਪਹਿਲਾਂ ਹਰ ਇੱਕ ਬੰਦਾ ਕਿਸੇ ਨਾ ਕਿਸੇ ਰਾਜਸੀ ਪਾਰਟੀ ਨਾਲ ਜੁੜਿਆ ਸੀ ਜੀ। ਇਹ ਹੁਣ ਫੈਸਲਾ ਕੀਤਾ ਕਿ ਕੋਈ ਵੀ ਰਾਜਸੀ ਪਾਰਟੀ ਦੇ ਨੇੜੇ ਨਾ ਹੋਵੇ, ਕਿਉਂਕਿ ਰਾਜਸੀ ਪਾਰਟੀਆਂ ਨੇ ਕੋਈ ਵੀ ਕਿਸੇ ਕਿਸਾਨ ਮਜ਼ਦੂਰ ਦੀ ਮਦਦ ਕਰਨ ਦਾ ਯਤਨ ਨਹੀਂ ਕੀਤਾ, ਉਹਨਾਂ ਨੂੰ ਰੋਲਿਆ ਹੈ ਕਿ ਇਸ ਕਰਕੇ ਉਹਨਾਂ ਦੇ ਨੇੜੇ ਨਾ ਲੱਗਿਆ ਜਾਵੇ। ਕਿਉਂਕਿ ਪਹਿਲੇ ਦਿਨ ਤੋਂ ਅਸੀਂ ਇਹ ਪ੍ਰੋਗਰਾਮ ਲਿਖ ਰਹੇ ਸੀ ਕਿ ਰਾਜਸੀ ਪਾਰਟੀਆਂ ਤੋਂ ਦੂਰ ਰਿਹਾ ਜਾਊਗਾ, ਉਹਨਾਂ ਨਾਲ ਮੰਚ ਜਿਹੜਾ ਉਹ ਸਾਂਝਾ ਨਹੀਂ ਕੀਤਾ ਜਾਊਗਾ ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ। ਉਸ ਤੋਂ ਬਾਅਦ ਕਾਨੂੰਨ ਰੱਦ ਹੋ ਜਾਂਦੇ ਨੇ, ਸਾਡਾ ਮਸਲਾ ਹੱਲ ਹੋ ਜਾਂਦਾ। ਜਿੱਥੇ ਕਿਸੇ ਦੀ ਮਰਜ਼ੀ ਹੋ, ਕੋਈ ਜਾਵੇ, ਆਜ਼ਾਦ ਨੇ ਸਾਰੇ। ਲੇਕਿਨ ਸ਼ਾਦੀਪੁਰ ਜੀ, ਮੇਰਾ ਸਵਾਲ ਉੱਥੇ ਹੀ ਹੈ ਕਿ ਸੋਨੀਆ ਮਾਨ ਅਹੁਦੇਦਾਰ ਨਹੀਂ ਨੇ ਜਥੇਬੰਦੀਆਂ ਦੇ। ਤੁਸੀਂ ਇਹ ਫੈਸਲਾ ਜਥੇਬੰਦੀਆਂ ਤੇ ਜਾਂ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਤੇ ਲਾਗੂ ਕਰ ਸਕਦੇ ਹੋ। ਪਹਿਲੀ ਗੱਲ ਤਾਂ ਉਹ ਅਹੁਦੇਦਾਰ ਨਹੀਂ ਨੇ। ਦੂਸਰਾ, ਚਲੋ ਉਹਨਾਂ ਨੇ ਇਹਨਾਂ ਖਬਰਾਂ ਨੂੰ ਖਾਰਜ ਕੀਤਾ, ਉਹਨਾਂ ਨੇ ਕਿਹਾ ਵੀ ਹੈ ਕਿ ਮੈਂ ਕਿਸੇ ਪਾਰਟੀ ਨਾਲ ਨਹੀਂ ਜੁੜੀ, ਪਰ ਉਹ ਅਹੁਦੇਦਾਰ ਨਹੀਂ ਨੇ। ਤਾਂ ਕੀ ਇਹ ਫੈਸਲਾ ਉਹਨਾਂ ਤੇ ਵੀ ਫਿਰ ਵੀ ਲਾਗੂ ਹੋਏਗਾ ਜਾਂ ਮੋਰਚੇ ਦੇ ਵਿੱਚੋਂ ਜਿਹੜੇ ਕਿਸਾਨ ਧਰਨੇ ਤੇ ਬੈਠੇ ਨੇ ਕੋਈ ਵੀ ਹੋਰ ਉੱਠ ਕੇ ਜੇ ਕਹਿੰਦਾ ਹੈ ਕਿ ਮੈਂ ਕਿਸੇ ਸਿਆਸੀ ਦਲ ਦੇ ਵੱਲੋਂ ਚੋਣ ਲੜਨੀ ਹੈ, ਕੀ ਇਹ ਉਹਨਾਂ ਤੇ ਵੀ ਲਾਗੂ ਹੋਏਗਾ? ਫਿਰ ਉਹਨਾਂ ਦਾ ਵੀ ਵਿਰੋਧ ਹੋਏਗਾ? ਨਹੀਂ, ਰੋਕ ਇਹਨਾਂ ਤੇ ਵੀ ਕੋਈ ਨਹੀਂ ਲਾ ਸਕਦਾ, ਕੋਈ ਰੋਕ ਕਿਸੇ ਤੇ ਨਹੀਂ ਕੋਈ ਲਾ ਸਕਦਾ। ਇਹ ਤੇ ਅਸੀਂ ਆਪਣਾ ਸੰਵਿਧਾਨ ਬਣਾਇਆ, ਉਹਦੇ ਮੁਤਾਬਕ ਆ ਜਿਹੜਾ ਸੰਯੁਕਤ ਮੋਰਚੇ ਵੱਲੋਂ ਬਣਾਇਆ, ਉਹ ਲਿਖਿਆ ਗਿਆ ਪ੍ਰੋਗਰਾਮ, ਉਹਦੇ ਮੁਤਾਬਕ ਕਿਸੇ ਤੇ ਕੋਈ ਏਡਾ ਵੱਡਾ ਬੈਨ ਲਾ ਕੇ ਹੁਣ ਚੰਦੂਨੀ ਜੀ ਨੇ ਚੰਦੂਨੀ ਕਰ ਰਹੇ ਨੇ, ਅਸੀਂ ਉਹਨੂੰ 7 ਦਿਨ ਵਾਸਤੇ ਸਸਪੈਂਡ ਕੀਤਾ ਸੀਗਾ। ਉਸ ਤੋਂ ਬਾਅਦ ਚੰਦੂਨੀ ਸਾਹਿਬ ਆਪਣਾ ਕਰ ਰਹੇ ਨੇ ਪ੍ਰਚਾਰ, ਠੀਕ ਹੈ ਨਾ। ਇਸ ਕਰਕੇ ਇਹ ਗੱਲ ਇਹ ਸਿਰਫ ਇਹ ਨਹੀਂ, ਇਹਨਾਂ ਦੇ ਫਾਦਰ ਸਾਹਿਬ ਜਿਹੜੇ ਨੇ, ਜੋ ਮੇਰੇ ਨਾਲ ਨੇੜ ਨਹੀਂ ਸੀ, ਮੈਂ ਜੋ ਸੁਣਿਆ ਕਿ ਉਹ ਬਹੁਤ ਵੱਡੇ ਆਗੂ ਸਨ, ਉਹਨਾਂ ਦੇ ਬਹੇਵ ਤੇ ਹੀ ਇਹ ਵੀ ਜਿਹੜੇ ਨੇ ਮੋਰਚੇ 'ਚ ਜਾਂਦੇ ਨੇ। ਇਹਨਾਂ ਦੀ ਵੀ ਪਹਿਚਾਣ ਜਿਹੜੀ ਹੈ ਪਹਿਲਾਂ ਵੀ ਬਹੁਤ ਸੀਗੀ, ਹੁਣ ਵੀ ਬਹੁਤ ਵਧੀਆ ਇਹਨਾਂ ਨੇ ਬਣਾਈ। ਅੱਗੇ ਲਾ ਕੇ ਹਰ ਸੰਸਦ ਭਵਨ ਜਿਹੜਾ ਕਿਸਾਨ ਸੰਸਦ ਚੱਲੀ ਸੀ, ਉਹਦੇ ਵਿੱਚ ਵੀ ਜਾਂਦੇ ਰਹੇ, ਹਰ ਜਗ੍ਹਾ ਤੇ, ਹਰ ਸਟੇਜ ਤੇ ਜਾ ਕੇ, ਹਰ ਮੰਚ ਤੇ ਇਹ ਬੋਲਦੇ ਨੇ। ਇਹ ਵੀ ਵੱਡੇ ਕੱਦ ਦੇ ਆਗੂ ਨੇ। ਮੈਨੂੰ ਇਹਦੇ ਬਾਰੇ ਨਹੀਂ ਪਤਾ ਇਹਨਾਂ ਕੋਲ ਇਹਨਾਂ ਦੀ ਜਥੇਬੰਦੀ ਦੇ ਵਿੱਚ ਕੋਈ ਅਹੁਦਾ ਹੈ ਜਾਂ ਜੀ। ਚਲੋ ਠੀਕ ਹੈ ਸ਼ਾਦੀਪੁਰ ਜੀ, ਫਿਲਹਾਲ ਦੇ ਲਈ ਸ਼ੁਕਰੀਆ। ਤਾਂ ਸੋਨੀਆ ਮਾਨ ਨੇ ਫਿਲਹਾਲ ਇਹਨਾਂ ਖਬਰਾਂ ਨੂੰ ਖਾਰਜ ਕੀਤਾ ਹੈ, ਲੇਕਿਨ ਗੱਲ ਉੱਥੇ ਹੀ ਆ ਜਾਂਦੀ ਹੈ। ਸ਼ਾਦੀਪੁਰ ਜੀ ਕਹਿ ਰਹੇ ਨੇ ਕਿ ਅਹੁਦੇਦਾਰ ਨੇ ਜਿਹੜੇ 32 ਜਥੇਬੰਦੀਆਂ ਦੇ, ਉਹਨਾਂ ਨੂੰ ਸਸਪੈਂਡ, ਜਿਵੇਂ ਗੁਰਨਾਮ ਸਿੰਘ ਚੜੂਨੀ ਨੂੰ ਸਸਪੈਂਡ ਕੀਤਾ ਗਿਆ ਸੀ ਪਹਿਲਾਂ, ਲੇਕਿਨ ਉਹ ਫਿਰ ਵੀ ਪ੍ਰਚਾਰ ਦੇ ਵਿੱਚ ਲੱਗੇ ਹੋਏ ਨੇ। ਲੇਕਿਨ ਸੋਨੀਆ ਮਾਨ ਜਾਂ ਜੇ ਕੋਈ ਵੀ ਹੋਰ ਅਹੁਦੇਦਾਰ ਨਹੀਂ ਹੈ ਤਾਂ ਉਹ ਆਪਣੀ ਮਰਜ਼ੀ ਦੇ ਨਾਲ ਜਾ ਸਕਦੇ ਨੇ। ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਮੋਰਚੇ ਦੇ ਵਿੱਚ ਸੋਨੀਆ ਮਾਨ ਦੀ ਆਪਣੀ ਇੱਕ ਵੱਖਰੀ ਪਹਿਚਾਣ ਬਣੀ ਹੈ ਤੇ ਸਿਆਸਤ ਦੇ ਵਿੱਚ ਅਜੇ ਸੰਯੁਕਤ ਕਿਸਾਨ ਮੋਰਚੇ ਦਾ ਜਾਂ ਕਿਸੇ ਵੀ ਕਿਸਾਨ ਜਥੇਬੰਦੀ ਦੇ ਜਾਣ ਦਾ ਅਜੇ ਕੋਈ ਪਲਾਨ ਨਹੀਂ ਹੈ ਜਦ ਤੱਕ ਜਿਹੜਾ ਕਿਸਾਨੀ ਮਸਲਾ ਹੱਲ ਨਹੀਂ ਹੁੰਦਾ। ਫਿਲਹਾਲ ਸੋਨੀਆ ਮਾਨ ਨੇ ਇਹਨਾਂ ਖਬਰਾਂ ਦਾ ਖੰਡਨ ਕੀਤਾ ਹੈ।
ਮੈਂ ਅੱਜ ਦੀ ਤਾਰੀਖ ਵਿੱਚ ਕਿਸੇ ਵੀ ਰਾਜਨੀਤਿਕ ਸੰਸਥਾ ਜਾਂ ਜਥੇਬੰਦੀ ਨਾਲ ਨਹੀਂ ਜੁੜੀ। ਮੇਰੇ ਜਵਾਬ ਦੀ ਉਡੀਕ ਤੋਂ ਪਹਿਲਾਂ ਹੀ ਮੇਰੇ ਪੁਤਲੇ ਸਾੜਨ, ਮੈਨੂੰ ਕਾਲੇ ਝੰਡੇ ਵਿਖਾਉਣ, ਬੇਇੱਜ਼ਤ ਕਰਨ ਵਰਗੀਆਂ ਗੱਲਾਂ ਨੇ ਮੈਨੂੰ ਮਹਿਸੂਸ ਕਰਾਇਆ ਹੈ ਕਿ ਮੈਂ ਇੱਕ ਧਾਰਨਾ ਦੀ ਸੋਚ ਲਈ ਆਪਣੇ ਕੈਰੀਅਰ ਨੂੰ ਦਾਅ ਤੇ ਲਗਾਇਆ। ਮੇਰੇ ਸਤਿਕਾਰਯੋਗ ਵੀਰ ਅਤੇ ਜਥੇਬੰਦੀਆਂ ਕਿਰਪਾ ਕਰਕੇ ਮੈਨੂੰ ਇਹ ਗੱਲ ਦੱਸਣ ਦੀ ਖੇਚਲ ਕਰਨਗੇ ਕਿ ਉਹਨਾਂ ਦੀ ਲੜਾਈ ਕੇਂਦਰ ਨਾਲ ਹੈ ਜਾਂ ਮੇਰੇ ਵਰਗੀ ਬੇਸਹਾਰਾ ਨਾਲ, ਜਿਸ ਦੇ ਸਿਰ ਉੱਤੋਂ ਪਿਓ ਦਾ ਸਾਇਆ ਹੀ ਨਹੀਂ। ਮੇਰੇ ਤੇ ਉਂਗਲ ਚੁੱਕਣ ਵਾਲੇ ਆਪਣੇ ਗਿਰੇਬਾਨ ਵਿੱਚ ਝਾਂਕਣ, ਮੈਨੂੰ ਇੱਕ ਗੱਲ ਸਮਝਾਉਣ ਦੀ ਕੋਸ਼ਿਸ਼ ਕਰਨਗੇ ਕਿ ਮੇਰਾ ਵਿਰੋਧ ਜਾਂ ਮੇਰੇ ਖਿਲਾਫ ਬੋਲਣ ਨਾਲ ਇਹ 3 ਬਿੱਲ ਰੱਦ ਹੋ ਜਾਣਗੇ। 1 ਸਾਲ ਤੋਂ 3 ਬਿੱਲਾਂ ਨੂੰ ਲੈ ਕੇ ਸ਼ੁਰੂ ਹੋਈ ਲੜਾਈ ਭਰਾ ਮਾਰੂ ਜੰਗ ਤੱਕ ਜਾ ਪਹੁੰਚੀ ਹੈ। ਮੇਰੇ ਵਿਰੋਧ ਦੀ ਕਾਲ ਦੇਣ ਵਾਲੇ ਇਹ ਵੀ ਦੱਸਣ ਕਿ 32 ਜਥੇਬੰਦੀਆਂ ਦੇ ਮੈਂਬਰ, ਅਹੁਦੇਦਾਰ ਅਤੇ ਮੋਰਚੇ ਤੇ ਬੈਠੇ ਲੋਕ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸੰਬੰਧਿਤ ਨਹੀਂ ਹਨ। ਜੇਕਰ ਹਨ ਤਾਂ ਕੀ ਮੈਨੂੰ ਸਿਰਫ ਇੱਕ ਔਰਤ ਹੋਣ ਦੇ ਕਾਰਨ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ?